ਪੰਜਾਬ ਸਰਕਾਰ ਨੇ ਐਨਆਰਆਈਜ਼ ਦੀਆਂ ਮੁਸ਼ਕਿਲਾਂ ਪੰਜਾਬੀ ਐਨਆਰਆਈਜ਼ ਦੇ ਨਾਲ ਮਿਲਣੀ ਪ੍ਰੋਗਰਾਮ ਦੇ ਵਿੱਚ ਸੁਣੀਆਂ। ਸਮੱਸਿਆਵਾਂ ਸੁਣਨ ਦੇ ਲਈ ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ ਸੀਗੇ, ਜਿਨ੍ਹਾਂ ਨੇ ਸਮੱਸਿਆਵਾਂ ਸੁਣੀਆਂ ਨੇ। ਐਨਆਰਆਈਜ਼ ਦੇ ਨਾਲ ਜੁੜੇ ਸਭ ਤੋਂ ਜ਼ਿਆਦਾ ਪ੍ਰੋਪਰਟੀ ਦੇ ਕੇਸ ਜਿਹੜਾ ਹੈਗਾ ਲੋਕਾਂ ਨੇ ਦੱਸੇ। ਕੈਨੇਡਾ ਵਿੱਚ ਰਹਿੰਦੇ ਐਨਆਰਆਈਜ਼ ਨੂੰ ਵੀਜ਼ਾ ਲੈਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ। ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਆਣਾ ਔਖਾ ਹੋਇਆ ਹੈ ਐਨਆਰਆਈਜ਼ ਦੇ ਲਈ, ਤੇ ਸਰਕਾਰ ਵੱਲੋਂ ਜਿਹੜਾ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇਗੀ। ਐਨਆਰਆਈਜ਼ ਨੇ ਦੱਸਿਆ ਕਿ ਉਹਨਾਂ ਨੇ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਮਦਦ ਕੀਤੀ ਸੀ ਔਰ ਸਾਨੂੰ ਪੰਜਾਬ ਦੇ ਵਿੱਚ ਖੇਤੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਮਿਲੇ, ਇਹ ਵੀ ਐਨਆਰਆਈਜ਼ ਨੇ ਮੰਗ ਕੀਤੀ ਹੈ। ਤੇ ਇਹਨਾਂ ਮਸਲਿਆਂ ਨੂੰ ਜਲਦ ਹੱਲ ਕਰਾਂਗੇ, ਇਹ ਭਰੋਸਾ ਦਿੱਤਾ ਹੈ ਕੁਲਦੀਪ ਸਿੰਘ ਧਾਲੀਵਾਲ ਨੇ। ਉਹਨਾਂ ਦੇ ਨਾਲ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ। ਰਹਿੰਦੇ ਨੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਉੱਥੋਂ ਦੇ ਸਿਟੀਜ਼ਨ ਨੇ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ। ਐਨਆਰਆਈ ਮਾਮਲਿਆਂ ਦੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੰਤਰੀ ਸਾਹਿਬ, ਸਵੇਰ ਤੋਂ ਜਲੰਧਰ ਦੇ ਵਿੱਚ ਐਨਆਰਆਈ ਸਮੇਲਨ ਲੱਗਿਆ, ਬਹੁਤ ਸਾਰੇ ਐਨਆਰਆਈ ਜਿਹੜੇ ਪ੍ਰੋਪਰਟੀ ਨੂੰ ਲੈ ਕੇ ਉਹਨਾਂ ਦੇ ਮਸਲੇ ਸਾਹਮਣੇ ਆਏ। ਕਿਹੜੇ ਇਸ ਵੇਲੇ ਮਸਲੇ ਜਿਹੜੇ ਉਹ ਤੁਹਾਡੇ ਸਾਹਮਣੇ ਆਏ ਨੇ? ਨਹੀਂ, ਸਾਡਾ ਅੱਜ ਸਵੇਰ ਤੋਂ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਤੈਅ ਕੀਤਾ ਕਿ ਸਾਰੇ ਪੰਜਾਬ ਦੇ ਵਿੱਚ 5 ਇਦਾਂ ਦੀਆਂ ਐਨਆਰਆਈ ਮੀਟਸ ਜਿਹੜੀਆਂ ਕਰਾਂਗੇ 5 ਹਿੱਸਿਆਂ 'ਚ, ਜਿਹਦੇ ਨਾਲ ਸਾਰਾ ਪੰਜਾਬ ਕਵਰ ਹੋ ਜਾਏ ਤੇ ਸਾਰੇ ਪੰਜਾਬ ਦੇ ਲੋਕ। ਅੱਜ ਸਾਡੀ ਪਹਿਲੀ ਸੀਗੀ ਇੱਥੇ 19 ਨੂੰ ਸਾਡੀ ਹੈਗੀ ਆ ਮੁਹਾਲੀ, ਫਿਰ ਲੁਧਿਆਣਾ, ਮੋਗਾ, ਅੰਮ੍ਰਿਤਸਰ। ਅੱਜ ਸਾਡੇ ਕੋਲ ਬਹੁਤ ਸਾਰੇ ਕੇਸ ਆਏ, ਕੈਨੇਡਾ, ਅਮਰੀਕਾ, ਜਰਮਨ, ਇਟਲੀ, ਇੰਗਲੈਂਡ, ਬੜੇ ਦੇਸ਼ਾਂ ਦੇ ਐਨਆਰਆਈ ਵੀਰ ਆਪਣੇ ਕੋਲ ਆਏ। ਉਦੋਂ ਦੇ ਮੋਸਟਲੀ ਪ੍ਰੋਪਰਟੀ ਦੇ ਕੇਸ ਬਹੁਤ ਜ਼ਿਆਦਾ ਆ, ਔਰ ਪ੍ਰੋਪਰਟੀ ਦੇ ਕੇਸ ਵੀ ਇਦਾਂ ਦੇ ਆ ਕਿ ਕਈ ਮਾਂ ਪੁੱਤਾਂ ਦੇ ਵੀ ਕੇਸ ਆ, ਫੈਮਲੀਆਂ ਦੇ ਆਪਸੀ ਕੇਸ ਨੇ। ਸੋ ਅੱਜ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ, ਸਾਡੇ ਏਡੀਜੀਪੀ ਐਨਆਰਆਈ ਸਿਨਹਾ ਸਾਹਿਬ, ਸਾਰੇ ਜ਼ਿਲ੍ਹਿਆਂ ਦੇ ਜਿਹੜੇ ਅੱਜ ਦੀ ਮੀਟਿੰਗ ਨਾਲ ਸੰਬੰਧਿਤ ਜ਼ਿਲ੍ਹੇ ਸੀਗੇ 5, ਉਹਨਾਂ ਦੇ ਡੀਸੀ ਸਾਹਿਬ, ਐਸਐਸਪੀ ਸਾਹਿਬ, ਦੂਜੇ ਅਧਿਕਾਰੀ ਸਾਰੇ ਜਿਹੜੇ ਆਏ ਆ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕਿਆਂ ਤੇ ਹੀ ਮਤਲਬ ਜਿਹੜਾ ਹੱਲ ਹੋਵੇ। ਉਹਦੇ ਇੱਕ ਵੱਡਾ ਇਸ਼ੂ ਆ ਕਿ ਜਿਹੜਾ ਸਿਸਟਮ ਹੈ ਸਾਡਾ, ਸਿਸਟਮ ਦੇ ਅੰਦਰ ਬਹੁਤ ਕਮੀਆਂ ਨੇ। ਔਰ ਜਿਹੜੇ ਐਨਆਰਆਈ ਵੀਰ ਆਉਂਦੇ ਆ ਬਾਹਰੋਂ, ਉਹ ਟਾਈਮਲੀ ਆਉਂਦੇ ਵਿਚਾਰੇ, ਕੋਈ ਮਹੀਨੇ ਲਈ, ਕੋਈ 1.5 ਮਹੀਨੇ ਲਈ, ਕੋਈ 2 ਮਹੀਨੇ ਲਈ ਆਉਂਦਾ। ਪਰ ਇੱਥੋਂ ਦਾ ਸਿਸਟਮ ਇਦਾਂ ਦਾ ਇੰਡੀਆ ਦਾ, ਤੁਸੀਂ ਜਾਣਦੇ ਹੋ ਕਿ ਅੱਜ ਨੰਬਰਦਾਰ ਨਹੀਂ ਮਿਲਿਆ ਜੀ, 2 ਦਿਨ ਪਟਵਾਰੀ ਨਹੀਂ ਮਿਲਿਆ, ਫਿਰ ਤਹਿਸੀਲਦਾਰ ਸਾਹਿਬ ਨਹੀਂ ਬੈਠੇ, ਫਿਰ ਐਸਡੀਐਮ ਸਾਹਿਬ ਨਹੀਂ ਬੈਠੇ। ਉਹਨੇ ਕਿ ਚੱਕਰ 'ਚ ਹੀ ਬੰਦੇ ਦਾ ਨਾ ਟਾਈਮ ਜਿਹੜਾ ਖਰਾਬ ਹੋ ਜਾਂਦਾ। ਤੇ ਅਸੀਂ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਸਾਨੂੰ ਡਿਸਟ੍ਰਿਕਟ ਦੇ ਇੱਕ ਨੋਡਲ ਅਫਸਰ ਜਿਹੜਾ ਉਹ ਦੋ, ਜਿਹੜਾ ਐਨਆਰਆਈ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੈਂਡਲ ਕਰੇ। ਪਰ ਉਹ ਅਸੀਂ ਕਰਾਵਾਂਗੇ। ਇੱਕ ਮੈਂ ਸੋਚਦਾ ਕਿ ਜਿਹੜਾ ਐਨਆਰਆਈ ਕੇਸਾਂ ਦੀਆਂ ਕੋਰਟਾਂ ਨੇ, ਉਹ ਮਤਲਬ ਸਪੈਸ਼ਲ ਕੋਰਟਸ ਜਿਹੜੀਆਂ ਬਣਾਈਆਂ ਜਾਣ, ਫਾਸਟ ਟਰੈਕ, ਕਿਉਂਕਿ ਕਈ ਕੇਸ 5-5 ਸਾਲ ਹੋ ਗਏ, 6-6 ਸਾਲ ਹੋ ਗਏ, ਹਰ ਵਾਰ ਉਹ ਤਰੀਕ ਤੇ ਹੁੰਦੇ। ਇੱਥੇ ਇੱਕ ਐਨਆਰਆਈ ਭੈਣ ਆਈ ਸੀਗੀ, ਉਹ ਕਹਿ ਰਹੀ ਕਿ ਮੈਂ 48 ਤਰੀਕਾਂ ਤੇ ਗਈ ਹੁਣ ਤੱਕ ਤੇ ਮੈਂ ਜਾ ਹੀ ਨਹੀਂ ਸਕੀ, 2.5-3 ਸਾਲ ਹੋ ਗਏ ਵਿਚਾਰੀ ਬੈਠੀ। 48 ਵਾਰ ਜਾ ਗਈ ਕੋਰਟ 'ਚ, ਉਹਦਾ ਮਾਮਲਾ ਹੱਲ ਨਹੀਂ ਹੋਇਆ, ਅਜੇ ਵੀ ਨਹੀਂ ਹੋਇਆ। ਅੱਜ ਉਹ ਇੱਥੇ ਆ ਗਈ, ਵੇਖੋ ਤੁਸੀਂ 48 ਤਰੀਕਾਂ ਦੇ ਇੰਗਲੈਂਡ ਤੋਂ ਆਇਆ ਬੰਦਾ ਵਿਚਾਰਾ ਇੱਥੇ ਤੁਰਿਆ ਫਿਰਦਾ। ਸੋ ਇਹ ਮਸਲੇ ਸਾਰੇ ਜਿਹੜੇ ਆ ਅਸੀਂ ਹੱਲ ਕਰਾਂਗੇ। ਮਾਨ ਸਾਹਿਬ ਦੀ ਸਰਕਾਰ, ਐਨਆਰਆਈਆਂ ਨੇ ਸਰਕਾਰ ਬਣਾਉਣ 'ਚ ਬਹੁਤ ਵੱਡਾ ਰੋਲ ਕੀਤਾ। ਔਰ ਨਾਲੇ ਮੈਂ ਸਮਝਦਾ ਕਿ ਪੰਜਾਬ ਅੱਜ ਜਿਸ ਵੀ ਰੂਪ ਦੇ ਵਿੱਚ ਖੜਾ, ਇਹਨੂੰ ਬਿਲਡ ਕਰਨ ਦੇ ਵਿੱਚ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁਝ ਕੈਨੇਡਾ ਦੇ ਸਿਟੀਜ਼ਨ ਮਿਲੇ, ਉਹ ਕਹਿੰਦੇ ਕਿ ਤੁਹਾਡੇ ਨਾਲ ਵੀ ਮੁਲਾਕਾਤ ਕੀਤੀ, ਕਹਿੰਦੇ ਕਿ ਸਭ ਕੁਝ ਠੀਕ ਚੱਲ ਰਿਹਾ ਸੀ, ਮੋਦੀ ਗਵਰਨਮੈਂਟ ਮਸਲੇ ਹੱਲ ਕਰ ਰਹੀ ਸੀ, ਲੇਕਿਨ ਜਦੋਂ ਕਿਸਾਨ ਅੰਦੋਲਨ ਹੋਇਆ ਉਸ ਤੋਂ ਬਾਅਦ ਸਾਨੂੰ ਵੀਜ਼ੇ ਨਹੀਂ ਮਿਲ ਪਾ ਰਹੇ। ਅਸੀਂ ਕਈ ਵਾਰ ਅਜਿਹਾ ਹੈ ਕਿ ਹਸਤੀਆਂ ਕੀਰਤਪੁਰ ਸਾਹਿਬ ਜਾਣਾ ਹੁੰਦਾ, ਲੇਕਿਨ ਵੀਜ਼ਾ ਹੀ ਨਹੀਂ ਟਾਈਮ ਤੇ ਮਿਲਦਾ। ਉਹ ਕਹਿੰਦੇ ਕਿ ਸਾਡੇ ਤੇ ਬਹੁਤ ਸਾਰੀਆਂ ਉਸ ਤੋਂ ਬਾਅਦ ਮੁਸ਼ਕਲਾਂ ਆ ਗਈਆਂ ਕਿਸਾਨ ਅੰਦੋਲਨ ਤੋਂ ਬਾਅਦ। ਨਹੀਂ, ਮੈਂ ਅੱਜ ਤੋਂ 3.5 ਮਹੀਨੇ ਪਹਿਲਾਂ ਵੀ ਮਿਲੇ ਸੀ ਐਨਆਰਆਈ ਮਿਨਿਸਟਰ ਨੂੰ, ਵਿਦੇਸ਼ ਮੰਤਰਾਲੇ ਨਾਲ ਰਿਲੇਟਡ ਨੇ। ਅੱਜ ਉਹਨਾਂ ਨੇ ਦੱਸਿਆ, ਇੱਕ ਤਾਂ ਇਹ ਦੱਸਿਆ, ਇੱਕ ਸਾਡਾ ਇਸ਼ੂ ਹੈਗਾ ਆਲਰੇਡੀ ਅਸੀਂ ਮੀਟਿੰਗ ਦੇ ਵਿੱਚ ਵਿਚਾਰਿਆ ਸੀ ਕਿ ਬਾਹਰਲੇ ਜਿਹੜੇ ਸਿਟੀਜ਼ਨ ਨੇ ਉਹ ਇੱਥੇ ਜਿਹੜੀ ਨਾ ਖੇਤੀ ਵਾਲੀ ਲੈਂਡ ਨਹੀਂ ਖਰੀਦ ਸਕਦੇ। ਇਹ ਵੀ ਇੱਕ ਮਾਮਲਾ ਸਾਹਮਣੇ ਆਇਆ, ਇੱਕ ਮਾਮਲਾ। ਤੇ ਇਹ ਦੋਵੇਂ ਮਾਮਲਿਆਂ ਲਈ ਦੁਬਾਰਾ ਆਪਾਂ ਜਨਵਰੀ ਦੇ ਵਿੱਚ 30 ਤੱਕ ਸਾਡੇ ਚੱਲਨੇ। ਜਨਵਰੀ 'ਚ ਮੈਂ ਟਾਈਮ ਲਵਾਂਗਾ, ਦੁਬਾਰਾ ਵਿਦੇਸ਼ ਮੰਤਰੀ ਜੀ ਨਾਲ ਦੁਬਾਰਾ ਇੱਥੇ ਡਿਸਕਸ਼ਨ ਕਰਾਂਗੇ, ਇੱਕ ਫਲਾਈਟਾਂ ਤੇ, ਇੱਕ ਇਹਨਾਂ ਮਸਲਿਆਂ ਦੇ ਉੱਤੇ, ਕਿਉਂਕਿ ਐਨਆਰਆਈਆਂ ਦੇ ਕੁਝ ਮਸਲੇ ਕੇਂਦਰ ਸਰਕਾਰ ਨਾਲ, ਕੁਝ ਸਾਡੇ ਨਾਲ, ਪਰ ਡਿਊਟੀ ਸਾਡੀ ਬਣਦੀ ਹੈ ਕਿ ਅਸੀਂ ਕੇਂਦਰ ਸਰਕਾਰ ਕੋ ਪੁੱਟ ਕਰੀਏ, ਉਹ ਕਰਾਂਗੇ ਆਪਾਂ। ਕਿ ਹੁਣ ਜਿਵੇਂ ਇਵੈਂਟ ਹੋ ਰਿਹਾ, ਸੁਧਰੇਗਾ, ਹਾਲਾਤ ਸੁਧਰਨਗੇ, ਸਿਸਟਮ ਫਾਇਦਾ ਹੋਏਗਾ, ਜਾਂ ਤੁਹਾਨੂੰ ਲੱਗਦਾ ਕਿ ਉਹੀ ਚੀਜ਼ਾਂ, ਉਹੀ ਅਫਸਰ ਬੈਠੇ ਹੁੰਦੇ, ਉਹਨਾਂ ਚੋਂ ਹੀ ਪੁਲਿਸ ਵਾਲੇ ਕੁਝ ਬੈਠੇ ਹੁੰਦੇ? ਜਿੱਦਾਂ ਮੈਂ ਵੀ ਉੱਥੇ ਬੈਠਾ ਸੀ ਜਦ ਧਾਲੀਵਾਲ ਸਾਹਿਬ ਨੇ ਕੁਝ, ਤੁਸੀਂ ਉੱਥੇ ਵੀ ਇੱਕ ਵੈਰੀ ਨਾਈਸ ਕੀਤਾ ਕੁਐਸਚਨ ਉਹਨਾਂ ਨੂੰ। ਦੇਖੋ, ਥੋੜੇ ਚੰਦ ਬੰਦੇ ਹੁੰਦੇ ਆ,
ਅੱਜ ਵੀ ਆਫਿਸਸ ਹੈਗੇ, ਈਵਨ ਆਈ ਆਲਸੋ ਨੋ ਕਿ ਜਿਹੜਾ ਪ੍ਰਾਪਰਟੀ ਦਾ ਕੰਮ ਕਰਦੇ ਆ ਜਾਂ ਸਾਰਾ ਕੁਝ ਆ। ਹੁਣ ਜਿੱਦਾਂ ਮੈਡਮ ਆ, ਕਮਿਸ਼ਨਰ ਮੈਡਮ ਆ, ਸਾਡਾ ਐਨਆਰਆਈਜ਼ ਦਾ ਚਾਰਜ ਉਹਨਾਂ ਕੋਲ ਆ, ਹੋਰ ਆ ਆਫੀਸ਼ੀਅਲਸ ਬੈਠੇ ਆ, ਦੇ ਆਰ ਵੈਰੀ ਗੁੱਡ, ਦੇ ਵਾਂਟ ਟੂ ਡੂ ਦਾ ਵਰਕ। ਕੁਝ ਬੰਦੇ ਹੈਗੇ ਆ ਜਿਹੜਾ ਸਾਰਾ ਸਿਸਟਮ ਨੂੰ ਖਰਾਬ ਕਰ ਦਿੰਦੇ ਥੱਲਿਓਂ, ਤਾਂ ਗਲਤ। ਹੁਣ ਜਿੱਦਾਂ ਇੱਕ ਕੇਸ ਉਹ ਅੱਗੇ ਖੜੇ ਹੈਗੇ ਭਾਈ ਸਾਹਿਬ, ਏਐਸਆਈ ਰਾਤ ਨੂੰ ਹੀ ਲੈ ਕੇ ਐਨਆਰਆਈ ਨੂੰ ਚੱਕ ਕੇ ਡਰਾਉਂਦੇ ਆ। ਮੇਰੇ ਕੋਲ ਵੀ ਆਏ, ਮੇਰੇ ਕੋਲ ਇੱਕ ਕੇਸ ਆਇਆ, ਉਹ ਐਨਆਰਆਈ ਇੱਕ ਬੇਟਾ ਸੀ ਉਹਨਾਂ ਦਾ, ਤਾਂ ਉਹ ਉੱਥੋਂ ਆਪਣਾ ਫੋਰਨ ਕੰਟਰੀਜ਼ ਵਿੱਚ ਇੱਥੇ ਇਨਵੈਸਟਮੈਂਟ ਕੀਤੀ ਉਹਨਾਂ ਨੇ ਆ ਕੇ, ਕੋਈ ਪੈਲੇਸ ਬਣਾਉਣ ਲੱਗੇ ਸੀ, ਕੋਈ ਜ਼ਮੀਨ ਖਰੀਦ ਰਹੇ ਸੀਗੇ ਇੱਥੇ। ਤੁਹਾਡੀ ਵੀ ਜ਼ਮੀਨ ਦੱਬੀ ਹੈ ਕੋਈ? ਹੈਗੀ ਆ, ਯੈਸ देयर इज अ प्रॉब्लम। ਜਿਹੜੇ ਇੱਥੇ ਦੇ ਲੋਕਲ ਪੋਲੀਟੀਸ਼ੀਅਨਸ ਆ ਜਾਂ ਉਹਨਾਂ ਨੇ ਕੁਝ, ਮੈਂ ਹੁਣ ਦੱਸ ਦੇਣਾ, ਕੁਝ ਪਹਿਲੀਆਂ ਸਰਕਾਰਾਂ 'ਚ ਵੀ ਕੁਝ ਪੋਲੀਟੀਸ਼ੀਅਨ ਸੀ, ਹੁਣ ਪ੍ਰਾਈਮ ਲੈਂਡਸ ਆ, ਉਹ ਚਾਹੁੰਦੇ ਆ ਕਿ ਵੀ ਇਹ ਇੱਕ ਤਾਂ ਸਿਰ ਚੱਕਦਾ ਆ ਐਨਆਰਆਈਜ਼ ਦੇ ਇਸ਼ੂਜ਼ ਨੂੰ ਮੋਰੇ ਰੱਖਦਾ, ਸੈਕੰਡਲੀ ਇਹ ਇਨਸਾਨ ਜਿਹੜਾ ਆ ਇਹਦੇ ਕੋਲ ਪੈਸਾ ਵੀ ਸਾਰਾ ਤੇ ਸਾਡਾ ਸ਼ੇਅਰ ਵਿੱਚ ਰੱਖੋ ਜਾਂ ਕੁਛ ਆ। ਕੁਛ ਇਹ ਵੀ ਕਹਿ ਰਹੇ ਸੀ, ਕਹਿੰਦੇ ਐਨਆਰਆਈ ਥਾਣੇ ਬੰਦ ਕਰ ਦਿਓ, ਐਨਆਰਆਈ ਥਾਣੇ ਹੀ ਕਿਤੇ ਮਿਲੀ ਭੁਗਤ ਵਾਲੇ ਪਾਸੇ ਹੋ ਗਏ ਨੇ। ਇੱਥੇ ਮੰਤਰੀ ਸਾਹਿਬ ਕਹਿ ਰਹੇ, ਕਹਿੰਦੇ ਅਸੀਂ ਫਾਸਟ ਟਰੈਕ ਕੋਰਟ ਦਾ ਸਿਸਟਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਨਹੀਂ ਇੱਕ ਜਿਹੜਾ ਮੰਤਰੀ ਸਾਹਿਬ ਨੇ ਕਿਹਾ, ਮੈਂ ਇਹਨਾਂ ਨਾਲ ਸਹਿਮਤ ਹਾਂ। ਵੈਸੇ ਜਿਹੜੇ ਕੋਰਟ 'ਚ ਕੇਸਿਸ ਆ ਉਹ ਕਾਫੀ ਹੱਦ ਤੋਂ ਦੇਖੋ ਸਿਸਟਮ ਤੋਂ ਸ਼ੁਰੂ ਹੁੰਦੇ ਆ ਨਾ, ਥੱਲਿਓਂ ਸ਼ੁਰੂ ਹੁੰਦੇ। ਜਿਹੜੇ ਤਹਿਸੀਲ ਲੈਵਲ 'ਚੋਂ ਕੋਈ ਜ਼ਮੀਨਾਂ ਦੀ ਲੜਾਈ ਹੋ ਗਈ ਜਾਂ ਕੁਛ ਹੋ ਗਈ, ਜੇ ਇਹਨਾਂ ਦੀ ਰਿਪੋਰਟ ਹੀ ਵਧੀਆ ਚੱਲ ਜੂ ਜਾਂ ਇਹਨਾਂ ਦੇ ਚਲਾਨ ਹੀ ਵਧੀਆ ਚੱਲ ਜਾਣਗੇ, ਹੱਕ ਚੱਲ ਜਾਣਗੇ ਜਾਂ ਕੋਰਟ ਦੇ ਵਿੱਚ ਇੰਟਰਵੀਨ ਕਰ ਜਾਣਗੇ, ਕਿਉਂਕਿ ਏਜੀ ਆਫਿਸ ਇਹਨਾਂ ਦਾ ਕੰਮ ਕਰਦਾ। ਜਿਹੜੇ ਸਰਕਾਰੀ ਵਕੀਲ ਆ ਜਾਂ ਉਹਨਾਂ ਨੂੰ ਕਿਹਾ ਜਾਊਗਾ ਦਿਸ ਇਜ਼ ਰਾਈਟ ਐਂਡ ਤੁਸੀਂ ਜਾ ਕੇ ਇਹ ਕਰੋ ਸਾਰਾ। ਇਹ ਜਿਹੜੀ ਮਾਫੀਆ ਜਿਹੜਾ ਨੈਕਸਸ ਆ, ਕੁਝ ਲਾਇਰਸ ਵੀ ਵਿੱਚ ਹੈਗੇ ਆ ਜਿਹੜੇ ਕਨਾਈਵਡ ਸੀਗੇ, ਇਹ ਸਾਰਾ ਠੀਕ ਹੋ ਜਾਊਗਾ। ਮੰਤਰੀ ਸਾਹਿਬ ਇਹਦਾ ਇਨੀਸ਼ੀਏਟਿਵ ਲੈ ਰਹੇ ਆ ਐਂਡ ਆਮ ਹਾਂਜੀ। ਕੈਨੇਡਾ ਦੇ ਕੋਈ ਸਿਟੀਜ਼ਨ ਮਿਲੇ, ਉਹ ਕਹਿੰਦੇ ਕਿ ਅਸੀਂ ਇੱਥੇ ਖੇਤੀਬਾੜੀ ਲਈ ਜ਼ਮੀਨ ਖਰੀਦਣਾ ਚਾਹੁੰਦੇ ਆ, ਉਹ ਨਹੀਂ ਹੈਗੀ। ਕੁਝ ਸਿਟੀਜ਼ਨ ਮਿਲੇ, ਕਹਿੰਦੇ ਕਿ ਜਦੋਂ ਦਾ ਕਿਸਾਨ ਅੰਦੋਲਨ ਖਤਮ ਹੋਇਆ ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ, ਸੈਂਟਰ ਗਵਰਨਮੈਂਟ ਸਾਨੂੰ ਵੀਜ਼ਾ ਨਹੀਂ ਦੇ ਰਹੀ, ਸਾਨੂੰ ਦਿੱਕਤ ਬਹੁਤ ਆਉਂਦੀ। ਕਈ ਵਾਰ ਤਾਂ ਸੰਸਕਾਰ ਕਰਨਾ ਹੁੰਦਾ, ਅਸੀਂ ਕਿਰਤਪੁਰ ਸਾਹਿਬ ਹੀ ਨਹੀਂ ਪਹੁੰਚ ਪਾਉਂਦੇ। ਦੇਖੋ देयर इज अ प्रॉब्लम, ਇਹ ਵੀ ਇੱਕ ਪ੍ਰੋਬਲਮ ਹੈ ਕਿ ਮੇਰੇ ਕੋ ਵੀ ਇਹ ਇਸ਼ੂਜ਼ ਆਏ ਕਿ ਯਾਰ ਕਿਸੇ ਨੇ ਆਉਣਾ ਸੀਗਾ। ਹੁਣ ਆਪਣਾ ਈਵਨ ਮੇਰੇ ਮਾਮਾ ਜੀ ਆ, ਇਹ ਸਾਰੇ ਆਏ ਹੋਏ ਕੈਨੇਡਾ ਤੋਂ ਹੀ ਆਏ ਹੋਏ ਆ, ਟੋਰਾਂਟੋ ਤੋਂ। ਇਹ ਬਹੁਤ ਜ਼ਿਆਦਾ ਆਪਣੇ ਪਿੰਡਾਂ ਲਈ ਇੱਥੇ ਯੋਗਦਾਨ ਪਾਉਂਦੇ ਆ ਫॉर ਦੀ ਵੈਲਫੇਅਰ ਆਫ ਦੀ ਵਿਲੇजेस ਐਂਡ ਫॉर ਸਕੂਲਸ ਐਂਡ ਫॉर ਅਦਰ ਡਿਵੈਲਪਮੈਂਟਸ। ਕੀ ਮਾਹੌਲ ਕੀ ਲੱਗ ਰਿਹਾ ਇਸ ਵੇਲੇ? ਕਿਉਂਕਿ ਕਈ ਕੁਝ ਐਨਆਰਆਈ ਮਿਲੇ, ਕਹਿੰਦੇ ਕਿ ਅਸੀਂ ਸੇਫ ਨਹੀਂ ਹੈ ਇੱਥੇ, ਗੈਂਗਸਟਰ ਵਾਲਾ ਸਿਸਟਮ, ਅਸੀਂ ਡਰਦੇ ਹਾਂ, ਸਾਨੂੰ ਲੱਗਦਾ ਕਿ ਪ੍ਰਾਪਰਟੀ ਵੇਚਣੀ ਚਾਹੀਦੀ। ਨਹੀਂ, ਸਾਨੂੰ ਇੰਨਾ ਡਰ ਤਾਂ ਨਹੀਂ ਹੈਗਾ, ਕਿਉਂਕਿ ਅਸੀਂ ਇੱਥੇ ਜੰਮੇ ਪਲੇ ਆ, ਪਹਿਲਾਂ ਇੱਥੋਂ ਗਏ ਆ ਜਾ ਕੇ, ਚਲੋ ਉੱਥੇ ਸਿਟੀਜ਼ਨ ਵੀ ਲੈ ਲਈ ਆ, ਉੱਥੇ ਰਹਿੰਦੇ ਆ। ਜਗ੍ਹਾ ਸੇਮ ਜੋ ਆਪਣੇ ਇੰਡੀਆ ਦੀ ਹੈਗੀ ਆ, ਕਿਉਂਕਿ ਅਸੀਂ ਸਾਡੀ ਜਨਮ ਭੂਮੀ ਆ ਇਹ। ਹੈਗੇ ਆ ਵਿੱਚ ਥੋੜੇ ਜਿਹਾ ਆਪਣੇ ਐਨਆਰਆਈ ਜਿਨ੍ਹਾਂ ਨੂੰ ਪ੍ਰੋਬਲਮ ਆਈ ਆ, ਪਰ ਇੰਨੀ ਜ਼ਿਆਦਾ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਤਾਂ ਆਉਂਦੀ ਆ, ਉਹਨਾਂ ਦੇ ਨਿਆਣੇ ਬੱਚੇ ਆਉਂਦੇ ਨਹੀਂ ਵਾਪਸ। ਉਹਨਾਂ ਨੂੰ ਪ੍ਰੋਬਲਮ, ਸਿਆਣੇ ਬੰਦੇ ਹੋਏ ਉਹਨਾਂ ਨੂੰ ਆਉਣਾ ਪੈਂਦਾ, ਪਰ ਉਹਨਾਂ ਨੂੰ ਇੱਥੇ ਸਹੂਲਤਾਂ ਉਹ ਮਿਲਦੀਆਂ ਨਹੀਂ ਜਿਹੜੀਆਂ ਬਾਹਰ ਸਹੂਲਤਾਂ ਹੈਗੀਆਂ ਸਾਨੂੰ। ਇਸੇ ਕਰਕੇ ਅਸੀਂ ਆਉਂਦੇ ਆ ਵੀ ਸਾਡੀ ਪ੍ਰਾਪਰਟੀ ਹੈਗੀ ਇੱਥੇ। ਪ੍ਰਾਪਰਟੀ ਦੀ ਪ੍ਰੋਬਲਮ ਨਹੀਂ, ਤੁਹਾਨੂੰ ਦੱਸ ਵੀ ਦਿੱਤੀ ਆ, ਕਈਆਂ ਦੀਆਂ ਪ੍ਰਾਪਰਟੀਆਂ ਦੱਬੀਆਂ ਗਈਆਂ, ਉਹ ਗਲਤ ਤਰੀਕੇ ਨਾਲ ਦੱਬੀਆਂ ਗਈਆਂ, ਕਿਉਂਕਿ ਉਹਦੇ ਵਿੱਚ ਸਾਰੀ ਜਿੱਦਾਂ ਕਹਿ ਲਓ ਵੀ ਪੁਰਾਣੇ ਜਿੰਨੇ ਅਫਸਰ ਹੈਗੇ ਆ ਜਾਂ ਪੁਰਾਣੀ ਗੌਰਮੈਂਟ, ਚਲੋ ਹੁਣ ਨਵੇਂ ਐਮਐਲਏ ਬਦਲ ਗਏ, ਹੋਰ ਬਦਲ ਗਏ, ਸਰਕਾਰ ਬਦਲ ਗਈ, ਪਰ ਜਿੰਨੇ ਥੱਲੇ ਅਫਸਰ ਕੰਮ ਕਰਨ ਵਾਲੇ ਉਹ ਸਭ ਪੁਰਾਣੇ ਆ ਜੇ। ਇਹਨਾਂ ਨੂੰ ਹੌਲੀ ਹੌਲੀ ਉਹ ਨੈਗੋਸ਼ੀਏਟ ਕਰਨਗੇ ਵੀ ਹਾਂ ਆਹ ਚੀਜ਼ ਹੁੰਦੀ ਆ, ਜਾਂ ਉਹਨਾਂ ਨੂੰ ਡਿਸਮਿਸ ਕਰਨਗੇ।